सुरसागर टीवी और सुरसागर रेडियो ते सुनने वाले सारे सज्जनों साडी प्यार भरी सत श्री अकाल। ਅਸੀਂ ਕੋਈ 2017 ਦੇ ਵਿੱਚ ਇੱਕ ਸੀਰੀਜ਼ ਸ਼ੁਰੂ ਕੀਤੀ ਸੀ ਅਵੇਕਨਿੰਗ ਵਿਦ ਸਿਮਰਨ। ਉਦੋਂ ਸਾਡੇ ਇੱਕ ਸਟੂਡੀਓ 'ਚ ਇੱਥੇ ਕੈਨੇਡਾ 'ਚ ਇੱਕ ਗੈਸਟ ਆਏ ਸਨ ਅਮਰੀਕਾ ਤੋਂ, ਭਾਈ ਹਰਿੰਦਰ ਸਿੰਘ ਜੀ ਨਿੱਜਰ, ਔਰ ਉਹ ਪਹਿਲਾਂ ਇੰਡੀਆ ਤੋਂ ਰਿਟਾਇਰਡ ਹੋਏ ਆ ਇੰਜੀਨੀਅਰ BSNL ਡਿਪਾਰਟਮੈਂਟ ਤੋਂ, ਔਰ ਅਮਰੀਕਾ ਉਹਨਾਂ ਦਾ ਬੇਟਾ ਰਹਿੰਦਾ ਸੀ, ਉਹਦੇ ਕੋਲ ਰਹਿੰਦੇ ਸੀ, ਤਾਂ ਇੱਥੇ ਵਿਜ਼ਿਟ ਕਰਨ ਆਏ ਸੀ ਉਸ ਵੇਲੇ। ਤਾਂ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ, ਜਦੋਂ ਸਾਨੂੰ ਪਤਾ ਲੱਗਾ ਕਿ ਉਹ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਉਹਨਾਂ ਦੀ ਡੀਪ ਸਟੱਡੀ ਹੈ, ਔਰ ਡੀਪ ਸਟੱਡੀ ਤਾਂ ਬਹੁਤ ਲੋਕਾਂ ਦੀ ਹੈ, ਪਰ ਕਈ ਲੋਕ ਇੰਟਲੈਕਚੁਅਲ ਸਟੱਡੀ ਕਰਕੇ ਉਹ ਇੰਟਲੈਕਚੁਅਲੀ ਲੋਕਾਂ ਨੂੰ ਇੰਪ੍ਰੈਸ ਕਰਨਾ ਚਾਹੁੰਦੇ ਆ। ਪਰ ਮੈਂ ਭਾਈ ਸਾਹਿਬ ਨਾਲ ਜਦੋਂ ਮਿਲਿਆ, ਉਹਨਾਂ ਨੇ ਡਿਸਕਸ ਕਰਕੇ ਮੈਨੂੰ ਇਹ ਲੱਗਾ ਕਿ ਭਾਈ ਸਾਹਿਬ ਪ੍ਰੈਕਟੀਕਲ ਜਿਹੜੀ ਚੀਜ਼ ਹੈ, ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਾਰ-ਬਾਰ ਪ੍ਰੈਕਟੀਕਲ ਕਿਹਾ, ਅਸੀਂ ਕਿਤੇ ਨਾ ਕਿਤੇ ਹਾਲੇ ਵੀ ਸਿੱਖ ਗਲਤੀ ਕਰ ਰਹੇ ਹਾਂ ਕਿ ਸਾਨੂੰ ਗੁਰਦੁਆਰਿਆਂ ਦੇ ਵਿੱਚ ਜਾਂ ਬਾਕੀ ਰਿਲੀਜੀਅਸ ਜਗ੍ਹਾ 'ਚ ਸਾਨੂੰ ਇੰਟਲੈਕਚੁਅਲੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅਰਥ ਹੈ ਜਾਂ ਉਹਦੇ ਬਾਰੇ ਸਮਝਾਉਂਦੇ ਨੇ, ਜਾਂ ਸਾਡੇ ਕਥਾਵਾਚਕ ਨੇ ਉਹ ਦੱਸਦੇ ਨੇ, ਪਰ ਬਹੁਤ ਘੱਟ ਨੇ ਜਿਹੜੇ ਕਿ ਸਾਨੂੰ ਆਪ ਪ੍ਰੈਕਟੀਕਲ ਕਰਕੇ ਜਾਂ ਸਾਨੂੰ ਪ੍ਰੈਕਟੀਕਲ ਐਸਪੈਕਟ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਦੱਸਦੇ ਨੇ। ਅੱਜ ਸਾਨੂੰ ਬੜੀ ਖੁਸ਼ੀ ਹੈ ਅਨਾਊਂਸ ਕਰਦੇ ਹੋਏ ਕਿ ਭਾਈ ਸਾਹਿਬ ਹੁਣ ਪਰਮਾਨੈਂਟਲੀ ਕੈਨੇਡਾ ਦੇ ਵਿੱਚ ਸ਼ਿਫਟ ਕਰ ਗਏ ਨੇ, ਮੇਰੇ ਖਿਆਲ 5-6 ਮਹੀਨੇ ਪਹਿਲਾਂ, ਔਰ ਉਹ ਹੁਣ ਉਹੀ ਜਿਹੜੀ ਅਸੀਂ ਸੀਰੀਜ਼ ਸ਼ੁਰੂ ਕੀਤੀ ਸੀ ਅਵੇਕਨਿੰਗ ਵਿਦ ਸਿਮਰਨ, ਉਹਦੇ ਅੱਗੇ ਉਹਨਾਂ ਨੇ ਫਿਰ ਸ਼ੁਰੂ ਕੀਤਾ। ਬੜੀ ਕਮਿਊਨਿਟੀ ਨੂੰ ਬੜਾ ਮਾਣ ਹੈ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਗ ਤੋਂ ਲੈ ਕੇ ਹਰ ਰੋਜ਼ 1 ਘੰਟੇ 'ਚ ਉਹ ਔਨਲਾਈਨ YouTube 'ਤੇ, ਉਹਦੇ ਬਾਅਦ 'ਚ ਉਹ ਆਪਣੇ ਜਿੰਨਾ ਵੀ ਡਿਸਕਸ਼ਨ ਕਰਦੇ ਨੇ ਉਹਦਾ ਪ੍ਰੈਕਟੀਕਲ ਐਸਪੈਕਟ ਉਹ YouTube 'ਤੇ ਪਾ ਦਿੰਦੇ ਨੇ। ਇਸ ਵੇਲੇ ਉਹਨਾਂ ਨੇ 830 ਤੋਂ ਲੈ ਕੇ 832 ਅੰਗ ਤੱਕ ਉਹਨਾਂ ਨੇ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕੀਤੀ ਹੈ, ਪਹਿਲੇ ਅੰਗ ਤੋਂ ਲੈ ਕੇ। ਤੋ ਇਸ ਵੇਲੇ ਉਹਦਾ ਵੈਸੇ ਜੇ ਸੀਰੀਅਲ ਨੰਬਰ ਜਾਈਏ 382 ਤੱਕ ਹੈ, ਤੁਸੀਂ YouTube 'ਤੇ ਦੇਖ ਸਕਦੇ ਹੋ। ਇਹੀ ਸਰਚ ਪਾ ਦਿਓ ਅਵੇਕਨਿੰਗ ਵਿਦ ਸਿਮਰਨ, ਪਹਿਲਾਂ ਤੁਹਾਨੂੰ 24 ਉਹਦੇ ਆਉਣਗੇ ਐਪੀਸੋਡ ਜਿਹੜੇ ਕਿ ਪਹਿਲਾਂ ਅਸੀਂ ਸੁਰਸਾਗਰ TV 'ਤੇ ਰਿਕਾਰਡ ਕੀਤੇ ਸੀ, ਉਦੋਂ ਬਾਅਦ 'ਚ ਤੁਹਾਨੂੰ ਇਹਨਾਂ ਦੇ ਪਹਿਲੇ ਅੰਗ ਤੋਂ ਲੈ ਕੇ ਹੁਣ ਤੱਕ 832 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਤੁਸੀਂ ਸੁਣ ਸਕਦੇ ਹੋ ਲਾਈਵ, ਨਾਲ ਗੁਰਬਾਣੀ ਵੀ ਪੜ੍ਹ ਸਕਦੇ ਹੋ, ਔਰ ਨਾਲ ਤੁਸੀਂ ਉਹਦਾ ਕਿਸ ਤਰ੍ਹਾਂ ਉਹਨੂੰ ਅਸੀਂ ਪ੍ਰੈਕਟੀਕਲ ਲਾਈਫ 'ਚ ਸਮਝਦੇ ਹਾਂ ਉਹਦੇ ਬਾਰੇ ਸੁਣ ਕੇ। ਮੇਰੇ ਖਿਆਲ ਬਹੁਤ ਅੱਛਾ ਇਹਨਾਂ ਵੱਲੋਂ ਉਪਰਾਲਾ ਹੈ, ਕੌਮ ਦੀ ਸੇਵਾ ਹੈ, ਸਿੱਖੀਜ਼ਮ ਦੀ ਸੇਵਾ ਹੈ, ਔਰ ਬਹੁਤ ਲੋਕ ਸਵੇਰੇ ਇਹਨਾਂ ਨਾਲ ਔਨਲਾਈਨ ਵੀ ਜੁੜਦੇ ਨੇ। ਉਹ ਤੋਂ ਬਾਅਦ 'ਚ ਭਾਈ ਸਾਹਿਬ ਮੈਨੂੰ ਵੀ ਰੋਜ਼ ਦਾ ਇੱਕ ਭੇਜ ਦਿੰਦੇ ਨੇ ਐਪੀਸੋਡ, ਕਿ ਜਿਹੜਾ ਮੈਂ ਜਦੋਂ ਵੀ ਟਾਈਮ ਮਿਲਦਾ ਬੜੇ ਸ਼ੌਕ ਦੇ ਨਾਲ ਸੁਣਦਾ, ਤਾਂ ਉਹਦੇ ਤੋਂ ਬੜਾ ਗਿਆਨ ਪ੍ਰਾਪਤ ਹੁੰਦਾ। ਅਸੀਂ ਸੋਚਿਆ ਸੀ, ਭਾਈ ਸਾਹਿਬ ਨੂੰ ਰਿਕੁਐਸਟ ਕੀਤੀ ਸੀ, ਕਿਉਂਕਿ ਕੱਲ੍ਹ ਪਰਸੋਂ ਸਾਡੇ 5ਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀਗਾ, ਔਰ ਇਸ ਵਾਰੀ ਕਿਉਂਕਿ ਇਹੋ ਜਿਹਾ ਕੋਵਿਡ ਦੇ ਨਾਲ ਮਾਹੌਲ ਹੈ ਜਿਹਦੇ ਨਾਲ ਕਿ ਸਿਰਫ ਗੁਰਦੁਆਰਿਆਂ ਦੇ ਵਿੱਚ ਥੋੜ੍ਹਾ ਬਹੁਤ ਇਹਦੇ 'ਤੇ ਚਰਚਾ ਹੋਈ ਹੈ। ਅਸੀਂ ਸੋਚਿਆ ਕਿ ਜਿਹੜੀ ਗੁਰੂ ਅਰਜਨ ਦੇਵ ਨੇ ਸਭ ਤੋਂ ਵੱਡੀ ਦੇਣ ਸਿੱਖੀਜ਼ਮ ਨੂੰ ਦਿੱਤੀ ਹੈ, ਜਿਹੜੀ ਆਦਿ ਗ੍ਰੰਥ 'ਚ ਉਹਨਾਂ ਨੇ ਰਿਕਾਰਡ ਕੀਤੀ ਹੈ, ਉਹ ਹੈ ਸੁਖਮਨੀ ਸਾਹਿਬ। ਤੋ ਸੁਖਮਨੀ ਸਾਹਿਬ ਦੇ ਬਾਰੇ ਅਸੀਂ ਅੱਜ ਭਾਈ ਸਾਹਿਬ ਨਾਲ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਮੈਂ ਭਾਈ ਸਾਹਿਬ ਨੂੰ ਵੈਲਕਮ ਕਰਦਾ, ਫਿਰ ਥੋੜ੍ਹਾ ਜਿਹਾ ਸੁਖਮਨੀ ਸਾਹਿਬ ਬਾਰੇ ਇੰਟਰੋਡਕਸ਼ਨ, ਐਂਡ ਫਿਰ ਇੱਕ ਪਹਿਲੇ ਅੰਗ ਤੋਂ ਅਸੀਂ ਸ਼ੁਰੂ ਕਰਾਂਗੇ, ਪਹਿਲੀ ਅਸ਼ਟਪਦੀ ਤੋਂ ਸ਼ੁਰੂ ਕਰਾਂਗੇ। ਔਰ ਮੈਂ ਸਭ ਤੋਂ ਪਹਿਲਾਂ ਮਾਫੀ ਚਾਹੁੰਦਾ ਕਿ ਅਸੀਂ ਆਪਣੇ ਹਿਸਾਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਜਾਂ ਸੁਖਮਨੀ ਸਾਹਿਬ ਉਹਨੂੰ ਪ੍ਰੈਕਟੀਕਲ ਐਸਪੈਕਟ 'ਤੇ ਡਿਸਕਸ਼ਨ ਕਰ ਰਹੇ ਹਾਂ। ਜੇ ਕਿਤੇ ਭੁੱਲ ਚੁੱਕ ਮਾਫ ਹੋ ਜਾਏ, ਕਿਤੇ ਗਲਤੀ ਹੁੰਦੀ ਹੈ, ਕੋਈ ਸਾਨੂੰ ਭਾਈ ਸਾਹਿਬ ਕਰੈਕਟ ਕਰਨਾ ਚਾਹੁੰਦੇ, ਅਸੀਂ ਉਹਦਾ ਵੈਲਕਮ ਕਰਾਂਗੇ। ਕਿ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ, ਪਰ ਅਸੀਂ ਆਪਣੇ ਵੱਲੋਂ ਸੱਚੇ ਮਨ ਦੇ ਨਾਲ ਕੋਸ਼ਿਸ਼ ਕਰਦੇ ਹਾਂ। ਤਾਂ ਮੈਂ ਭਾਈ ਸਾਹਿਬ ਨੂੰ ਸਭ ਤੋਂ ਪਹਿਲਾਂ ਇੱਥੇ ਵੈਲਕਮ ਕਰਦਾ। ਥੈਂਕ ਯੂ ਜੀ। ਅਤੇ ਬਹੁਤ ਖੁਸ਼ੀ ਹੋ ਰਹੀ ਆ ਦੁਬਾਰਾ ਜਿਹੜੇ ਹੈਗੇ ਤੁਹਾਡੇ ਸੁਰਸਾਗਰ TV 'ਤੇ ਆ ਕੇ। ਅਤੇ ਗੁਰਬਾਣੀ ਜਿਹੜੀ ਹੈਗੀ ਐਕਚੁਅਲੀ ਇਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਇੱਕ ਖੇਡ ਬਣਾਈ ਹੈ। ਮਾਲਕ ਪਰਮਾਤਮਾ ਨੇ ਦੁਨੀਆ ਜਿਹੜੀ ਬਣਾਈ ਹੈ, ਮਾਲਕ ਨੇ ਇਹਦੇ ਵਿੱਚ ਜਿਹੜੇ ਹੈਗੇ ਆਪ ਹੈ, ਉਹ ਇਕੱਲਾ ਪਰਮਾਤਮਾ ਆਪ ਹੈ।
ਜਿੰਨੇ ਵੀ ਜੀਵ ਹੈਗੇ ਸਾਰਿਆਂ ਦੇ ਮਨ ਆਤਮਾ ਜਿਹੜੀ ਹੈਗੀ ਉਹ ਸਰੀਰ ਇਹ 5 ਤੱਤਾਂ ਦੇ ਬਣੇ ਹੋਏ ਆ। ਮਨ ਆਤਮਾ ਹੈਗੀ, ਆਤਮਾ ਜਿਹੜੀ ਹੈ ਮਾਲਕ ਪਰਮਾਤਮਾ ਦਾ ਅੰਸ਼ ਹੈਗੀ। ਆਪਾਂ ਜਿਹੜੇ ਹੈਗੇ ਸਾਰੇ ਦੇ ਸਾਰੇ ਜਿਹੜੇ ਹੈਗੇ ਇਹ ਮਾਲਕ ਪਰਮਾਤਮਾ ਦੇ ਪੁੱਤ ਹੈਗੇ ਆ, ਬੱਚੇ ਹੈਗੇ ਆ ਪਰਮਾਤਮਾ ਦੇ। ਔਰ ਆਪਾਂ ਵੀ ਮਰਨ ਵਾਲੇ ਨਹੀਂ ਹੈਗੇ ਆ। ਆਪਣੀ ਆਤਮਾ ਜਿਹੜੀ ਹੈਗੀ ਇਮੋਰਟਲ ਹੈਗੀ, ਆਪਾਂ ਮਰਨ ਵਾਲੇ ਨਹੀਂ ਹੈਗੇ। ਤੇ ਔਰ ਆਪਾਂ ਇੱਛਾਧਾਰੀ ਹੈਗੇ ਆ। ਇੱਛਾਧਾਰੀ ਮਤਲਬ ਜਿਹੜਾ ਹੈਗਾ ਜੋ ਵੀ ਆਪਾਂ ਇੱਛਾ ਕਰਦੇ ਹਾਂ, ਕਿਉਂਕਿ ਆਪਾਂ ਮਾਲਕ ਆਪਣਾ ਪਿਓ ਹੈਗਾ, ਆਪਾਂ ਉਹਦੇ ਬੱਚੇ ਹੈਗੇ ਆ। ਜੋ ਵੀ ਬੱਚਾ ਇੱਛਾ ਕਰਦਾ ਆ, ਮਾਲਕ ਪਿਓ ਜਿਹੜਾ ਹੈਗਾ ਉਹਦੀ ਇੱਛਾ ਪੂਰਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ 2 ਰਸਤੇ ਬਣਾਏ ਮਾਲਕ ਨੇ। ਇੱਕ ਹੈਗਾ ਜੋ ਮਾਇਆ ਮਾਲਕ ਨੇ ਜੋ ਹੈ ਆਕਾਰ ਜਿਹੜਾ ਬਣਾਇਆ ਆ, ਜੋ ਦੁਨੀਆ ਦਿਸ ਰਹੀ ਹੈ, ਦੁਨੀਆ ਦੇ ਰਸਕਸ, ਦੁਨੀਆ ਦੇ ਪਦਾਰਥ, ਦੁਨੀਆ ਦੇ ਜਿਹੜੇ ਹੈਗੇ ਆ ਜੋ ਆਪਣੇ ਰਿਸ਼ਤੇਦਾਰ ਸਗੇ ਸੰਬੰਧੀ ਜੋ ਵੀ ਹੈਗੀ, ਇੱਕ ਇਹ ਹੈਗੇ ਇਹ ਹੈਗਾ ਆਕਾਰ ਦਾ ਆਕਾਰ ਦਾ ਜਿਹੜਾ ਹੈਗਾ ਮਾਲਕ ਦਾ ਸਰੂਪ ਹੈਗਾ। ਇਹ ਵੀ ਮਾਲਕ ਦੀ ਪਾਵਰ। 5 ਤੱਤ ਹੈਗੇ, ਇਹਦੇ ਵਿੱਚ ਵੀ ਉਹ ਇਲੈਕਟ੍ਰੋਨ ਪ੍ਰੋਟੋਨ ਨਿਊਟਰੋਨ ਸਾਰੇ ਜਿਹੜੇ ਹੈਗੇ ਮੂਵ ਕਰ ਰਹੇ ਆ। ਔਰ 5 ਤੱਤਾਂ ਦੇ ਨਾਲ ਸਾਰੀ ਦੀ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ। ਔਰ ਇਹਦੇ ਵਿੱਚ ਜਿਹੜੀ ਹੈਗੀ ਇਹ ਹੈ ਪਾਵਰ, ਸ਼ਕਤੀ ਹੈ ਮਾਲਕ ਦੀ। ਇੱਕ ਹੈਗਾ ਸ਼ਿਵ, ਉਹ ਆਪਣੀ ਆਤਮਾ ਹੈਗੀ। ਆਤਮਾ ਆਪਣੀ ਜਿਹੜੀ ਹੈਗੀ ਸਾਰਿਆਂ ਦੇ ਵਿੱਚ ਜਿੰਨੇ ਵੀ ਜੀਵ ਹੈਗੇ ਸਾਰੇ ਦੇ ਸਾਰੇ ਇਸ ਦੁਨੀਆ ਦੇ ਵਿੱਚ ਇਸ ਖੇਡ ਦੇ ਵਿੱਚ ਆਪਾਂ ਆਏ ਹਾਂ। ਔਰ ਇਹਦੇ ਵਿੱਚ ਜਿਹੜਾ ਹੈਗਾ ਮਨੁੱਖ ਜੂਨ ਜਿਹੜੀ ਸਭ ਤੋਂ ਸ੍ਰੇਸ਼ਟ ਉੱਚੀ ਜੂਨ ਹੈਗੀ। ਇਹਦੇ ਵਿੱਚ ਚਾਂਸਸ ਹੈਗੇ ਆਪਣੇ ਕਿ ਆਪਾਂ ਜਿਹੜੇ ਹੈਗੇ ਉਸ ਮਾਲਕ ਪਰਮਾਤਮਾ ਨੂੰ ਉਹਦੇ ਵਿੱਚ ਮਰਜ ਹੋ ਸਕਦੇ, ਉਹਨੂੰ ਪਾ ਸਕਦੇ ਹਾਂ। ਇਹ ਹਾਈਡ ਐਂਡ ਸੀਕ ਵਾਲੀ ਗੇਮ ਹੈਗੀ। ਮਾਲਕ ਛੁਪਿਆ ਹੋਇਆ ਹੈ, ਉਹ ਕਹਿੰਦਾ ਵੀ ਮੈਨੂੰ ਲੱਭਣਾ ਆ। ਔਰ ਜਦ ਦੀ ਸ੍ਰਿਸ਼ਟੀ ਬਣੀ ਹੋਈ ਆ ਉਦੋਂ ਦੇ ਆਪਾਂ ਜਿਹੜੇ ਹੈਗੇ ਇਸ ਖੇਡ ਦੇ ਵਿੱਚ ਹੈਗੇ ਆ। ਔਰ ਜਦ ਤੱਕ ਮਾਲਕ ਇਹ ਖੇਡ ਨੂੰ ਚਲਾਊਗਾ ਤਦ ਤੱਕ ਆਪਾਂ ਖੇਡ ਦੇ ਵਿੱਚ ਰਵਾਂਗੇ। ਜਦ ਲੱਭ ਲਾਂਗੇ ਤੇ ਉਹਦੇ ਜਿਹੜੇ ਹੈਗੇ ਉਹਦੇ ਵਿੱਚ ਜਿਹੜੇ ਹੈਗੇ ਉਹਨੂੰ ਆਪਾਂ ਉਹਦੀ ਕੈਬਨਿਟ ਦੇ ਵਿੱਚ ਕਹਿ ਲਓ ਜਾਂ ਉਹਦੇ ਮਹਿਲ ਦੇ ਵਿੱਚ ਕਹਿ ਲਓ, ਉਹਦੇ ਕੋਲ ਚਲੇ ਜਾਵਾਂਗੇ। ਇਸ ਤਰ੍ਹਾਂ ਦੀ ਖੇਡ ਹੈਗੀ। ਔਰ ਇਹਦੇ ਵਾਸਤੇ ਜਿਹੜੀ ਹੈ ਗੁਰੂ ਬਾਣੀ ਜਿਹੜੀ ਹੈਗੀ ਆ ਇਹ ਆਪਾਂ ਨੂੰ ਜਿਹੜੇ ਹੈਗੇ, ਕਿਉਂਕਿ ਜਿਨ੍ਹਾਂ ਨੇ ਪਾ ਲਿਆ ਪਰਮਾਤਮਾ ਨੂੰ, ਇਹ ਉਹਨਾਂ ਦੀ ਜਿਹੜੀ ਹੈਗੀ ਆ ਅਚੀਵਮੈਂਟ ਜਿਹੜੀ ਹੈਗੀ ਉਹਨਾਂ ਨੇ ਰਿਕਾਰਡ ਕੀਤੀ ਹੈ ਵੀ ਉਹਨਾਂ ਨੇ ਕਿਸ ਤਰ੍ਹਾਂ ਮਾਲਕ ਪਰਮਾਤਮਾ ਨੂੰ ਪਾਇਆ। ਔਰ ਉਹ ਵਿਧੀ ਉਹ ਰਸਤਾ ਆਪਾਂ ਨੂੰ ਦੱਸਦੇ ਆ। ਔਰ ਉਸ ਰਸਤੇ 'ਤੇ ਚੱਲ ਕੇ ਜਿਹੜਾ ਹੈਗਾ ਐਕਸ਼ਨ ਕਰਕੇ ਜੋ ਹੈ ਆਪਾਂ ਵੀ ਮਾਲਕ ਪਰਮਾਤਮਾ ਨੂੰ ਪਾ ਸਕਦੇ। ਨਿੱਜਰ ਸਾਹਿਬ ਬਹੁਤ ਬਹੁਤ ਮਿਹਰਬਾਨੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਅਸੀਂ ਪਹਿਲਾਂ ਜਪਜੀ ਸਾਹਿਬ ਦੇ 24 ਐਪੀਸੋਡ ਰਿਕਾਰਡ ਕੀਤੇ ਸੀ, ਉਹ ਵੀ ਬਹੁਤ ਪਪੂਲਰ ਹੋਏ ਸੀ ਕਿ ਉਦੋਂ ਜੋ ਰਿਕਾਰਡਿੰਗ ਕਰਦੇ ਸੀ ਜਾਂ ਲੋਕ ਦੇਖਦੇ ਸੀ, ਕਦੀ ਕੈਲੀਫੋਰਨੀਆ ਤੋਂ ਕਾਲ ਆ ਜਾਂਦੀ ਸੀ, ਕਦੀ ਵੈਨਕੂਵਰ ਤੋਂ, ਉਹਨੂੰ ਕਾਫੀ ਪਸੰਦ ਕੀਤਾ ਸੀ। ਤਾਂ ਇਸੇ ਤਰ੍ਹਾਂ ਅਸੀਂ ਹੁਣ ਸੁਖਮਨੀ ਸਾਹਿਬ ਨੂੰ ਸ਼ੁਰੂ ਕਰ ਰਹੇ ਹਾਂ। ਤੋ ਜਿਹੜਾ ਤੁਸੀਂ ਸਮਝਾਇਆ ਕਿ ਗੁਰੂ ਗ੍ਰੰਥ ਸਾਹਿਬ 'ਚ ਇਹੀ ਕਿਹਾ ਗਿਆ ਕਿ ਇਹ ਇੱਕ ਪਰਮਾਤਮਾ ਦਾ ਖੇਲ ਹੈ, ਜਿਸ 'ਚ ਕਿ ਸਾਨੂੰ ਜਿਹੜਾ ਦਿਸਦਾ ਹੈਗਾ ਕੋਈ ਵੀ ਪੂਰੀ ਜਿਹੜੀ ਦੁਨੀਆ ਹੈ ਸ੍ਰਿਸ਼ਟੀ ਹੈ ਜਿਹੜੀ ਦਿਸਦੀ ਹੈ ਉਹ ਵੀ ਉਹੀ 5 ਤੱਤਾਂ 'ਚੋਂ ਬਣੀ ਹੈ। ਔਰ ਉਹਨੂੰ ਕਿਸ ਤਰ੍ਹਾਂ ਬਣਾਉਣ ਦਾ, ਉਹਨੂੰ ਪ੍ਰੀਜ਼ਰਵ ਕਰਨ ਦਾ, ਫਿਰ ਢਾਹ ਦਿੰਦਾ। ਔਰ ਉਸੇ ਤਰ੍ਹਾਂ ਇੱਕ ਇਨਵਿਜ਼ੀਬਲ ਵੀ ਹੈ ਜਿਹੜੀ ਕੌਨਸ਼ੀਅਸਨੈਸ ਦਾ ਪਾਰਟ ਹੈ, ਜਿਹੜੀ ਕਿ ਉਹਨੇ ਛੁਪਾ ਰੱਖੀ ਹੈ। ਪਰ ਉਹਨੂੰ ਜਿਹਨੂੰ ਉਹ ਜੇ ਤੇ ਉਹਦੀ ਇੱਛਾ ਹੁੰਦੀ ਹੈ, ਜਿਹੜਾ ਉਹ ਕੰਡੀਸ਼ਨ ਨੂੰ ਪੂਰੀਆਂ ਕਰ ਦਿੰਦਾ। ਤੋ ਜਿਹੜੀ ਲਾਰਜਰ ਕੌਨਸ਼ੀਅਸਨੈਸ ਜਾਂ ਸਾਨੂੰ ਜਿਹੜੀ ਬਾਹਰ ਨਜ਼ਰ ਆਉਂਦੀ ਹੈ, ਜਿਹੜੀ ਕ੍ਰੀਏਟ ਹੁੰਦੀ ਹੈ, ਡਿਸਟਰੋਏ ਹੁੰਦੀ ਹੈ, ਇਸੇ ਤਰ੍ਹਾਂ ਤੁਹਾਡੀ ਜਿਹੜੀ ਇਨਰ ਕੌਨਸ਼ੀਅਸਨੈਸ ਹੈ, ਜਿਹੜੀ ਇਨਵਿਜ਼ੀਬਲ ਕੌਨਸ਼ੀਅਸਨੈਸ ਹੈ, ਉਹ ਕ੍ਰੀਏਟ ਨਹੀਂ ਹੁੰਦੀ, ਰੀਕ੍ਰੀਏਟ ਨਹੀਂ ਹੁੰਦੀ, ਉਹ ਸਦਾ ਹੀ ਚੱਲਦੀ ਰਹਿੰਦੀ ਹੈ ਸਮੁੰਦਰ ਦੇ ਮਾਰੂ। ਤੋ ਜਿਹੜਾ ਇਨਸਾਨ ਉਸ ਨੂੰ ਸਮਝ ਕੇ ਗੁਰਬਾਣੀ ਦੇ ਉੱਪਰ ਚੱਲ ਕੇ ਉਹਨੂੰ ਸਮਝ ਕੇ ਉਹਨੂੰ ਇਨਲਾਈਟਨਮੈਂਟ ਹੋ ਜਾਂਦੀ ਆ, ਉਹ ਫਿਰ ਹਰੇਕ ਚੀਜ਼ ਨੂੰ ਇੱਕ ਸਮਝਦਾ। ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ ਸੀ ਇੱਕ ਓਮਕਾਰ। ਇਸ ਵੇਲੇ ਜੇ ਅਸੀਂ ਵੇਖੀਏ ਕਿ ਕੋਵਿਡ-19 ਨੇ ਵੀ ਕਹਿ ਦਿੱਤਾ ਇੱਕ ਆਈਡੀਏ 'ਤੇ ਪੂਰੀ ਦੁਨੀਆ ਇੱਕ ਆਈਡੀਏ 'ਤੇ ਕਨਸਨਟਰੇਟ ਹੋ ਗਈ ਹੈ। ਇੱਕ ਜਿਹੜਾ ਵਾਇਰਸ ਹੈ ਉਹਨੇ ਪੂਰੀ ਦੁਨੀਆ ਦੇ ਵਿੱਚ ਹਰੇਕ ਜਗ੍ਹਾ ਚਲਾ ਗਿਆ, ਕੋਈ ਵੀ ਇਸ ਵੇਲੇ ਵਾਂਝਿਆ ਨਹੀਂ ਰਿਹਾ। ਅਤੇ ਇਹਦਾ ਮਤਲਬ ਇੱਕ ਹੈ, ਅਸੀਂ ਚਾਹੇ ਚੰਗੀ ਚੀਜ਼ ਹੁੰਦੀ ਹੈ ਉਹਦੇ 'ਚ ਵੀ ਇੱਕ ਹੈ, ਚਾਹੇ ਕੋਈ ਇੰਨੀ ਚੰਗੀ ਚੀਜ਼ ਨਹੀਂ ਹੁੰਦੀ ਉਹਦੇ 'ਚ ਵੀ ਹੈ। ਤਾਂ ਪੂਰੀ ਗੁਰਬਾਣੀ ਇਹੀ ਕਹਿ ਰਹੀ ਹੈ, ਬਾਰ-ਬਾਰ ਸਾਨੂੰ ਯਾਦ ਦਿਲਾ ਰਹੀ ਹੈ ਕਿ ਤੁਸੀਂ ਬਾਹਰ ਦੀ ਦੁਨੀਆ 'ਚ ਪੂਰਾ ਨਾ ਰਹੋ, ਉਹਨੂੰ ਠੀਕ ਹੈ ਉਹਦੇ ਸੁੱਖ ਮਾਣੋ, ਉਹ 'ਚ ਦੁੱਖ ਵੀ ਹੋਣਗੇ ਸੁੱਖ ਵੀ ਹੋਣੇ, ਉਹਨਾਂ ਨੂੰ ਨਿਊਟਰਲ ਰਹੋ।
ਪਰ ਉਹਦੇ ਨਾਲ ਤੁਸੀਂ ਉਹ ਜਿਹੜਾ ਪਰਮਾਤਮਾ ਦੀ ਮੈਡੀਟੇਸ਼ਨ ਹੈ, ਬਾਹਰ ਦੀ ਦੁਨੀਆ 'ਚ ਜਿਹੜੇ ਸਵੇਰ ਤੋਂ ਸ਼ਾਮ ਤੱਕ ਅਸੀਂ ਸੋਚਦੇ ਰਹਿੰਦੇ ਹਾਂ, ਉਹ ਸੋਚ ਨੂੰ ਤੁਸੀਂ ਕੰਟਰੋਲ ਕਰੋ, ਉਹਨੂੰ ਐਮਟੀ ਮਾਈਂਡ ਕਰੋ, ਤੇ ਕਿਤੇ ਨਾ ਕਿਤੇ ਤੁਹਾਡੇ 'ਤੇ ਪਰਮਾਤਮਾ ਦੀ ਉਹ ਬਖਸ਼ਿਸ਼ ਹੋ ਜਾਏਗੀ। ਉਹਦੇ ਨਾਲ ਤੁਸੀਂ ਐਨਲਾਈਟਨ ਹੋ ਸਕਦੇ ਆ ਜਾਂ ਬ੍ਰਹਮ ਗਿਆਨੀ ਬਣ ਸਕਦੇ ਆ। ਹੁਣ ਆਪਾਂ ਜੇ ਸੁਖਮਨੀ ਸਾਹਿਬ ਨੂੰ, ਇਹ ਮੇਰੇ ਖਿਆਲ ਗੁਰੂ ਸਾਹਿਬ ਨੇ 1602 ਦੇ ਵਿੱਚ ਸੁਖਮਨੀ ਸਾਹਿਬ ਨੂੰ ਰਚਿਆ ਸੀਗਾ, ਅੰਮ੍ਰਿਤਸਰ ਦੇ ਵਿੱਚ ਹੀ ਸੇਮ ਪਲੇਸ। ਕਹਿੰਦੇ ਆ ਕਿ ਉਸ ਵੇਲੇ ਉੱਥੇ ਬਹੁਤ ਬਣ ਸੀਗੇ, ਔਰ ਉਸ ਵੇਲੇ ਜਿਵੇਂ ਸਾਨੂੰ ਪਤਾ ਕਿ ਰਾਜਾ ਅਕਬਰ ਸੀਗਾ, ਮੁਗਲ ਸੀਗੇ। ਅਕਬਰ ਥੋੜ੍ਹਾ ਜਿਹਾ ਰਾਜਾ ਫਿਰ ਵੀ ਬਾਕੀ ਰਿਲੀਜਨਸ ਨੂੰ ਇੰਨਾ ਅਗੇਂਸਟ ਨਹੀਂ ਸੀ ਕਿ ਉਹਦੇ ਜਾਣ ਤੋਂ ਬਾਅਦ ਜਹਾਂਗੀਰ ਸੀਗਾ ਨਾ, ਜਹਾਂਗੀਰ ਜਦੋਂ ਇਹਨਾਂ ਨੂੰ ਉਹ ਕੀਤਾ ਪਹਿਲਾਂ 1602 ਸੀ, ਬਾਅਦ 'ਚ ਆਇਆ ਸੀ। ਤੋ ਜਹਾਂਗੀਰ ਤਾਂ ਕਾਫੀ ਕਰੂਅਲ ਸੀ, ਜਿਹਦੇ ਕਰਕੇ ਗੁਰੂ ਸਾਹਿਬ ਨੂੰ ਸ਼ਹਾਦਤ ਦੇਣੀ ਪਈ। ਤੋ ਇਹਦੀਆਂ ਅਸ਼ਟਪਤੀਆਂ ਉਹਨਾਂ ਨੇ ਲਿਖੀਆਂ 24, ਔਰ ਕਹਿੰਦੇ ਨੇ ਕਿ ਇੱਕ ਅਸ਼ਟਪਤੀ ਗੁਰੂ ਨਾਨਕ ਸਾਹਿਬ ਦੇ ਜਿਹੜੇ ਵੱਡੇ ਸਪੁੱਤਰ ਸੀ, ਉਹ ਉਹਨਾਂ ਦੇ ਨਾਂ 'ਚ ਉੱਥੇ ਆ ਗਏ। ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਫਿਰ ਉਹਨਾਂ ਨੂੰ ਰਿਕੁਐਸਟ ਕੀਤੀ, 17ਵੀਂ ਅਸ਼ਟਪਤੀ ਸ਼ਾਇਦ ਉਹਨਾਂ ਤੋਂ ਉਹਨਾਂ ਨੇ ਰਚਨਾ ਕਰਵਾਈ ਸੀ। ਹਾਲਾਂਕਿ ਉਹ ਨਹੀਂ ਇੰਨੇ ਰੈਡੀ ਹੁੰਦੇ ਸੀ, ਉਹ ਕਹਿੰਦੇ ਨਹੀਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਬੇਟੇ ਹੋ। ਤੋਂ ਇੱਕ ਸੁਖਮਨੀ ਸਾਹਿਬ ਇੱਕ ਇਹੋ ਜਿਹਾ ਸਾਨੂੰ, ਜਿਸ ਤਰ੍ਹਾਂ ਜਪਜੀ ਸਾਹਿਬ ਹੈ, ਸੁਖਮਨੀ ਸਾਹਿਬ ਵੀ ਇੱਕ ਇਹੋ ਜਿਹੀ ਸਾਨੂੰ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ ਭੇਂਟਾ ਕਰ ਗਏ ਨੇ, ਜੇ ਤਾਂ ਕਿ ਅਸੀਂ ਹਰ ਸਿੱਖ ਰੋਜ਼ ਇਹਦਾ ਪਾਠ ਕਰਦਾ, ਜਦੋਂ ਵੀ ਡੋਲਦਾ ਉਦੋਂ ਵੀ ਪਾਠ ਕਰਦਾ, ਜਦੋਂ ਵੀ ਖੁਸ਼ ਹੁੰਦਾ ਉਦੋਂ ਵੀ ਪਾਠ ਕਰਦਾ। ਇਹਦੇ 3 ਮਤਲਬ ਸਟੇਜਸ ਨਹੀਂ, ਇੱਕ ਤਾਂ ਹੈ ਸਿਰਫ ਪਾਠ ਕਰਨਾ, ਰਿਸਾਈਟ ਕਰਨਾ, ਦੂਸਰਾ ਹੈ ਪਾਠ ਕਰਨਾ ਨਾਲ ਸਮਝਣਾ ਵੀ ਕੀ ਲਿਖਿਆ ਹੈ, ਔਰ ਤੀਸਰੀ ਸਟੇਜ ਹੈ ਪਾਠ ਵੀ ਕਰਨਾ, ਸਮਝਣਾ ਵੀ ਆ, ਉਹਨੂੰ ਪ੍ਰੈਕਟੀਕਲ ਵੀ ਕਰਨਾ। ਤੋ ਹਰੇਕ ਨੂੰ ਇਹ 'ਚੋਂ ਫਾਇਦਾ ਹੁੰਦਾ, ਜਿਹੜਾ ਪੜ੍ਹਦਾ ਉਹਨੂੰ ਵੀ ਫਾਇਦਾ ਹੁੰਦਾ, ਜਿਹੜਾ ਅੰਡਰਸਟੈਂਡ ਕਰਦਾ ਉਹਨੂੰ ਵੀ ਹੁੰਦਾ। ਪਰ ਜੇ ਤੁਸੀਂ ਅਲਟੀਮੇਟਲੀ ਇਹਦੇ 'ਚੋਂ ਪੂਰਾ ਕੱਢਣਾ ਤਾਂ ਉਹਦਾ ਫਾਇਦਾ ਤਾਂ ਉਹਦੇ ਨਾਲ ਪ੍ਰੈਕਟੀਕਲ ਕਰਨਾ ਹੋਵੇਗਾ। ਤਾਂ ਪਹਿਲੀ ਪੌੜੀ 'ਚ, ਪਹਿਲੀ ਅਸ਼ਟਪਤੀ 'ਚ ਗੁਰੂ ਸਾਹਿਬ ਨੇ ਬੜਾ ਵਿਆਖਿਆ ਕੀਤੀ ਹੈ ਕਿ ਕੀ ਇਹਦੇ ਫਾਇਦੇ ਹੁੰਦੇ ਆ, ਕਿਸ ਤਰ੍ਹਾਂ ਇਹਨੂੰ ਕਰਨਾ ਚਾਹੀਦਾ। ਤਾਂ ਆਪਾਂ ਅੱਜ ਉਹ 'ਤੇ ਥੋੜ੍ਹੀ ਜਿਹੀ ਵਾਰਤਾਲਾਪ ਕਰਦੇ ਹਾਂ। ਹਾਂਜੀ, ਇਹ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਇਸ ਤੋਂ ਇਹਦੇ ਸ਼ਲੋਕ ਜਿਹੜਾ ਹੈਗਾ, ਇੱਕ ਸੁਖਮਨੀ ਸਾਹਿਬ ਤੋਂ ਪਹਿਲਾਂ ਸ਼ਲੋਕ ਆ, ਔਰ ਉਹਨੂੰ ਲਿਖਿਆ ਹੈ ਕਿ ਇਸ ਸ਼ਲੋਕ ਨੂੰ ਆਦ ਔਰ ਅੰਤ ਪੜ੍ਹਨਾ। ਹਾਂਜੀ, ਸਭ ਤੋਂ ਪਹਿਲਾ ਸ਼ਲੋਕ ਆ। ਇਹਦੇ ਇਸ ਸ਼ਲੋਕ ਦੇ ਵਿੱਚ ਸਾਨੂੰ ਮਹਾਰਾਜ ਜਿਹੜੇ ਹੈਗੇ ਆ, ਇਹ ਗੁਰਬਾਣੀ ਜਿਹੜੀ ਹੈਗੀ, ਜਿਹੜੇ ਗੁਰੂ ਹੈ ਆਪਣੇ, ਉਹਨਾਂ ਦੇ ਬਾਰੇ ਗਿਆਨ ਦੇ ਰਹੇ ਆ। ਬਈ ਗੁਰੂ ਦੀ ਪਾਵਰ ਕੀ ਹੈ, ਗੁਰੂ ਦਾ ਦਰਜਾ ਕੀ ਹੈਗਾ, ਜਿਸ 'ਚੋਂ ਇਹ ਗੁਰਬਾਣੀ ਆਈ ਹੈ, ਜਿਸ 'ਚੋਂ ਇਹ ਜਿਨ੍ਹਾਂ ਨੇ ਇਹ ਬ੍ਰਹਮ ਬਾਣੀ ਜਿਨ੍ਹਾਂ ਨੂੰ ਆਈ ਆ, ਉਹਨਾਂ ਦਾ ਮਤਲਬ ਜਿਹੜਾ ਹੈਗਾ, ਉਹਨਾਂ ਦੀ ਪੋਜੀਸ਼ਨ ਕੀ ਹੈਗੀ ਆ, ਉਹਦੇ ਬਾਰੇ ਦੱਸਿਆ ਆ। ਉਹ ਆਪਾਂ 262 ਅੰਕ ਤੋਂ ਸ਼ੁਰੂ ਹੁੰਦੀ ਹੈ, ਉਹ ਸ਼ਲੋਕ ਲੈਂਦੇ ਹਾਂ ਆਪਾਂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਕਹਿੰਦੇ ਗੁਰਦੇਵ ਜਿਹੜੇ ਗੁਰੂ ਕੋਲੋਂ ਇਹ ਬਾਣੀ ਆਈ ਆ, ਜਿਸ ਗੁਰੂ ਦੀ ਬਾਣੀ ਹੈਗੀ ਆ ਇਹ ਗੁਰਬਾਣੀ, ਇਹ ਉਹ ਗੁਰਦੇਵ ਹੈਗਾ। ਗੁਰਦੇਵ ਮਤਲਬ ਉਹ ਗੁਰੂ ਹੈਗਾ, ਉਹ ਗਾਈਡ ਹੈਗਾ। ਔਰ ਦੁਨੀਆ ਦੇ ਵਿੱਚ ਜਿਹੜਾ ਹੈਗਾ, ਉਹੀ ਤੇਰਾ ਮਾਂ ਹੈਗਾ, ਉਹੀ ਤੇਰਾ ਪਿਓ ਹੈਗਾ। ਮਾਂ ਪਿਓ ਵਾਂਗੂ ਜਿਹੜਾ ਹੈਗਾ, ਉਹਨੇ ਸਪਿਰਚੁਅਲ ਰਸਤੇ 'ਤੇ ਤੈਨੂੰ ਪਾਉਣਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਔਰ ਉਹ ਗੁਰਦੇਵ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਦੇ ਨਾਲ, ਸੁਆਮੀ ਦੇ ਨਾਲ ਮਿਲਿਆ ਹੋਇਆ ਆ, ਉਹਦਾ ਰੂਪ ਹੈਗਾ। ਉਹਨੇ ਉਹਨੂੰ ਪਾ ਲਿਆ, ਉਹ ਬੂੰਦ ਸਾਗਰ ਦੇ ਵਿੱਚ ਮਿਲ ਗਈ। ਗੁਰਦੇਵ ਸਖਾ, ਅਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ। ਔਰ ਗੁਰਦੇਵ ਜਿਹੜਾ ਹੈਗਾ, ਇਹ ਸਾਥੀ, ਅਸਲੀ ਸਾਥੀ ਗੁਰਦੇਵ ਹੀ ਹੈਗਾ। ਔਰ ਇਹਨੇ ਤੇਰੇ ਆਪਾਂ ਅਗਿਆਨਤਾ ਦੇ ਵਿੱਚ ਹੈਗੇ ਆ। ਇਹ ਮਾਲਕ ਨੇ ਜਿਹੜੀ ਖੇਡ ਪਾਈ ਹੋਈ ਆ, ਇਹ ਮਾਇਆ ਦੀ, ਆਕਾਰ ਦੀ, ਜਿਹੜੀ ਰਸਕਸ ਦੀ, ਵਿਸ਼ੇ ਵਿਕਾਰਾਂ ਦੀ, ਇਹ ਜਿਹੜੀ ਅਗਿਆਨਤਾ ਹੈਗੀ, ਇਹ ਡੁਐਲਿਟੀ ਦੀ ਖੇਡ, ਇਹ ਅਗਿਆਨਤਾ ਹੈਗੀ। ਕਹਿੰਦੇ ਇਹਨੂੰ ਭੰਜਣ ਵਾਲਾ, ਇਹਨੂੰ ਤੋੜਨ ਵਾਲਾ, ਇਸ ਤੋਂ ਬਾਹਰ ਕੱਢਣ ਵਾਲਾ ਉਹ ਗੁਰਦੇਵ ਗੁਰੂ ਹੀ ਹੈਗਾ। ਗੁਰਦੇਵ ਸਖਾ, ਅਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ। ਤੇਰਾ ਬੰਦਪ ਸਾਥੀ, ਸਹੋਦਰਾ ਤੇਰਾ ਭਰਾ, ਉਹ ਗੁਰਦੇਵ ਹੀ ਹੈਗਾ।
ਦੁਨੀਆ ਦੇ ਵਿੱਚ। ਜੇ ਅਸਲੀ ਸਾਥੀ ਚਾਹੀਦਾ ਹੈ ਤੇ ਉਹ ਗੁਰਦੇਵ ਹੈਗਾ। ਜੇ ਇਹਨੂੰ ਬਰੀਫਲੀ ਸਮਝੀਏ ਕਿ ਜਿਸ ਤਰ੍ਹਾਂ ਇੱਕ ਸਟੇਜ ਦੇ ਉੱਪਰ ਡਰਾਮਾ ਹੁੰਦਾ, ਡਰਾਮੇ ਦੇ ਪਾਤਰ ਨੇ ਅਲੱਗ-ਅਲੱਗ ਆਪਣਾ ਰੋਲ ਨਿਭਾਉਂਦੇ ਆ, ਔਰ ਜਿਹੜਾ ਉਹਨਾਂ ਦਾ ਮੇਨ ਬੰਦਾ ਜਿਹੜਾ ਹੈਗਾ ਉਹ ਡਾਇਰੈਕਟਰ ਹੈ। ਉਹ ਜਿਸ ਤਰ੍ਹਾਂ ਉਹਨਾਂ ਨੂੰ ਕਹਿੰਦਾ, ਜੋ ਸਕ੍ਰਿਪਟ ਦਿੰਦਾ ਉਹ ਡਰਾਮੇ ਦਾ ਕਰਕੇ ਉਹ ਪਰ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਰੀਅਲ ਲਾਈਫ 'ਚ ਉਹ ਕੁਝ ਹੋਰ ਨੇ, ਪਰ ਡਰਾਮੇ 'ਚ ਉਹ ਕੁਝ ਹੋਰ ਰੋਲ ਕਰ ਰਿਹਾ। ਤੇ ਜੇ ਉਹ ਡਰਾਮੇ 'ਚ ਹੀ ਰਹਿਣ ਲੱਗ ਪੈਣ ਤਾਂ ਫਿਰ ਰੀਅਲ ਲਾਈਫ ਦਾ ਉਹ ਰੋਲ ਭੁੱਲ ਜਾਣਗੇ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਪੂਰੀ ਦ੍ਰਿਸ਼ਟੀ ਦਾ ਡਾਇਰੈਕਟਰ ਹੈ, ਔਰ ਪਰਮਾਤਮਾ ਕੋਈ ਇਹ ਨਹੀਂ ਹੈ ਕੋਈ ਓਲਡ ਮੈਨ ਜਿਸ ਤਰ੍ਹਾਂ ਅਸੀਂ ਸਮਝਦੇ ਹਾਂ, ਕੋਈ ਹਿਊਮਨ ਬੀਇੰਗ ਹੈ। ਉਹਦੀ ਡੈਫੀਨੇਸ਼ਨ ਦਿੱਤੀ ਗਈ ਹੈ, ਉਹ ਇੱਕ ਨੇਚਰ ਹੈ, ਸੁਪਰ ਪਾਵਰ ਹੈ, ਉਹ ਜਿਹੜੀ ਪੂਰੀ ਸ੍ਰਿਸ਼ਟੀ ਨੂੰ ਸਿਰਜਣ ਕਰਦੀ ਹੈ। ਉਹਦੇ ਜਿਹੜੇ ਉਹਦੇ ਡਾਇਰੈਕਸ਼ਨ ਦੇ ਨਾਲ ਹਰ ਇਨਸਾਨ, ਹਰ ਪੰਛੀ ਔਰ ਜੀਵ ਜੰਤੂ ਉਹਦੇ ਡਾਇਰੈਕਸ਼ਨ ਦੇ ਨਾਲ ਚੱਲਦਾ। ਤਾਂ ਉਹਨੂੰ ਅਸੀਂ ਯਾਦ ਰੱਖੀਏ, ਉਹੀ ਹੈ ਸਭ ਕੁਝ ਸਾਡੇ ਲਈ, ਉਹੀ ਸਾਨੂੰ ਦਿੰਦਾ, ਉਹੀ ਸਾਡੇ ਕੋਲੋਂ ਲੈਂਦਾ। ਤਾਂ ਇਹ ਮਤਲਬ ਜੇ ਅਸੀਂ ਸਮਝੀਏ ਤਾਂ ਤੁਹਾਡਾ ਖਿਆਲ ਇਹਦੇ ਉਹ ਹੁਣ ਪਰਮਾਤਮਾ ਨੂੰ ਜਿਹੜਾ ਹੈਗਾ ਮਾਲਕ ਨੇ ਕੀ ਕੀਤਾ ਹੈ ਵੀ ਮਾਲਕ ਨੇ ਇਹ ਜਿਨ੍ਹਾਂ ਨੇ ਪਾਲਿਆ ਆ ਉਹਨਾਂ ਦੀ ਡਿਊਟੀ ਹੈਗੀ, ਉਹਨਾਂ ਤੋਂ ਗਿਆਨ ਆਇਆ ਔਰ ਉਹ ਗਿਆਨ ਦੇ ਨਾਲ ਆਪਾਂ ਵੀ ਜਿਹੜੇ ਹੈਗੇ ਆ ਉਸ ਮਾਲਕ ਨੂੰ ਪਾ ਸਕਦੇ ਆ ਗੁਰਦੇਵ ਦਾ ਮਤਲਬ ਜਿਹੜਾ ਗੁਰੂ ਦਾ ਜਿਹੜਾ ਹੈਗਾ ਗਾਈਡ ਦਾ ਜਿਹੜਾ ਹੈਗਾ ਇਹ ਰੋਲ ਹੈਗਾ ਬਈ ਆਪਾਂ ਨੂੰ ਜੇ ਮਾਲਕ ਪਰਮਾਤਮਾ ਨੂੰ ਪਾਉਣਾ ਹੈ ਤੇ ਆਪਾਂ ਨੂੰ ਜਿਹੜਾ ਹੈਗਾ ਗਾਈਡ ਜਿਹੜਾ ਹੈਗਾ ਜਿਨ੍ਹਾਂ ਨੇ ਪਾਇਆ ਆ ਮਾਲਕ ਪਰਮਾਤਮਾ ਨੂੰ ਉਹਨਾਂ ਤੋਂ ਡਾਇਰੈਕਸ਼ਨ ਲੈਣੀ ਪਊਗੀ, GPS ਦੇਖਣਾ ਪਊਗਾ ਆਪਾਂ ਨੂੰ। ਆਹ ਚੀਜ਼ ਹੈਗੀ। ਤੇ ਅੱਗੇ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ। ਹਾਂ ਦੇਖੋ ਵੀ ਗੁਰਦੇਵ ਜਿਹੜਾ ਹੈਗਾ ਉਹ ਦਾਤਾ ਹੈਗਾ। ਕਾਹਦਾ ਦਾਤਾ ਹੈ? ਹੁਣ ਮਾਲਕ ਪਰਮਾਤਮਾ ਨੇ ਦੋ ਟੀਮਾਂ ਹੈਗੀਆਂ। ਇੱਕ ਜਿਹੜੀ ਹੈਗੀ ਆ ਆਕਾਰ ਦੀ ਜਿਹੜੀ ਹੈਗੀ ਆ ਮਾਇਆ ਦੀ ਜਿਹੜੀ ਟੀਮ ਹੈਗੀ ਉਹਦਾ ਇੰਚਾਰਜ ਕਾਲ ਹੈਗਾ, ਡੈਥ ਹੈਗੀ, ਧਰਮਰਾਜ ਕਹਿ ਲਓ, ਜਿਹਨੇ ਉਹ ਸਾਰੀ ਦੀ ਸਾਰੀ ਸਰਕਾਰ ਉਹਦੀ ਟੈਰੀਟਰੀ ਦੇ ਵਿੱਚ ਹੈਗੇ ਸਾਰੇ। ਜਿੰਨੀਆਂ ਵੀ 84 ਲੱਖ ਜੂਨਾਂ ਹੈਗੀਆਂ ਸਾਰੀਆਂ ਧਰਮਰਾਜ ਦੇ ਉਹਦੇ ਵਿੱਚ ਚੱਲਦੀਆਂ ਹੈ। ਈਵਨ ਇਨਸਾਨ ਵੀ ਉਹਦੀ ਮਾਰ ਦੇ ਵਿੱਚ ਹੈਗਾ ਆ, ਜਦ ਤੱਕ ਕਿ ਉਹ ਸਪਿਰਚੁਅਲੀ ਗੁਰਦੇਵ ਜਿਹੜਾ ਹੈਗਾ ਗੁਰੂ ਗਾਈਡ ਜਿਹੜਾ ਹੈਗਾ ਉਹਨਾਂ ਨੂੰ ਕੰਸਲਟ ਕਰਕੇ ਉਹਦੇ ਅਨੁਸਾਰ ਜਿਹੜਾ ਹੈਗਾ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ। ਗੁਰਦੇਵ ਦਾਤਾ ਔਰ ਨਾਮ ਦਾ ਦਾਤਾ ਗੁਰਦੇਵ ਹੈਗਾ, ਔਰ ਮਾਇਕ ਪਦਾਰਥ ਜਿਹੜੇ ਹੈਗੇ ਆਪਾਂ ਨੂੰ ਦੁਨੀਆ ਦੇ ਰਸਕਸ ਜਿਹੜੇ ਹੈਗੇ ਇਹਨਾਂ ਦਾ ਦਾਤਾ ਕਾਲ ਹੈਗਾ। ਦੋਨਾਂ ਦੇ ਦੋਨੋਂ ਇੱਕ ਸਪਿਰਚੁਅਲ ਜਿਹੜੀ ਹੈਗੀ ਆ ਉਹ ਹੈਗੀ ਨਾਮ, ਪਰਮੇਸ਼ਰ ਦਾ ਨਾਮ, ਔਰ ਇਸ ਤੋਂ ਨਿਕਲਣਾ ਉਹਦੀ ਦਾਤ ਜਿਹੜੀ ਹੈ ਗੁਰੂ ਕੋਲੋਂ ਮਿਲਣੀ ਆ ਆਪਾਂ ਨੂੰ। ਜਿਨ੍ਹਾਂ ਨੇ ਪਾ ਲਿਆ ਪਰਮਾਤਮਾ ਨੂੰ ਉਹਨਾਂ ਦੀ ਡਿਊਟੀ ਹੈਗੀ, ਉਹਨਾਂ ਨੇ ਜਿਹੜਾ ਹੈਗਾ ਬਾਕੀਆਂ ਨੂੰ ਗਾਈਡ ਕਰਨਾ। ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਹੈ। ਕਿਵੇਂ ਗਾਈਡ ਕਰਨਾ ਹੈ? ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦੇਣਾ ਹੈ। ਪਰਮੇਸ਼ਰ ਦਾ ਨਾਮ ਔਰ ਐਕਚੁਅਲ ਜਿਹੜਾ ਹੈਗਾ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹ ਨਾਮ ਪਰਮੇਸ਼ਰ ਦਾ, ਇਸੇ ਦੇ ਨਾਲ ਇਹੀ ਮੈਡੀਟੇਸ਼ਨ ਹੈਗੀ ਆ। ਕਿਉਂਕਿ ਆਪਾਂ ਆਕਾਰ ਦੇ ਨਾਲ, ਦੁਨੀਆ ਦੇ ਨਾਲ, ਰਸਾਂ ਕਸਾਂ ਦੇ ਨਾਲ ਜੁੜੇ ਹੋਏ ਹਾਂ। ਕਿਵੇਂ ਜੁੜੇ ਹੋਏ ਹਾਂ? ਆਪਾਂ ਵਿਚਾਰਾਂ ਦੇ ਨਾਲ ਜੁੜੇ ਹੋਏ ਹਾਂ। ਆਪਣੇ ਅੰਦਰ ਵਿਚਾਰ ਹੈਗੇ ਸਾਰੇ, ਹਰ ਇੱਕ ਚੀਜ਼ ਦੇ ਬਾਰੇ, ਆਕਾਰ ਦੇ ਬਾਰੇ ਆਪਣੇ ਵਿਚਾਰ ਹੈ। ਇਹਦੇ ਨਾਲ ਫਿਰ ਮੋਹ ਪੈਦਾ ਹੁੰਦਾ ਹੈ, ਇਹਦੇ ਨਾਲ ਆਪਾਂ ਜਿਹੜੇ ਹੈਗੇ ਉਹਨਾਂ ਦੇ ਨਾਲ ਜੁੜੇ ਹੋਏ ਹਾਂ। ਇਹੀ ਸੰਸਕਾਰ ਹੈਗੇ। ਇਨਸਾਨ ਜਿਹੜਾ ਹੈਗਾ ਬਾਰ-ਬਾਰ ਜੂਨਾਂ ਦੇ ਵਿੱਚ ਆਉਂਦਾ ਹੈ, ਔਰ ਇਹ ਜਦ ਤੱਕ ਜੂਨਾਂ ਦੇ ਵਿੱਚ ਆਊਗਾ ਜਦ ਤੱਕ ਕਿ ਜਿਹੜਾ ਹੈਗਾ ਇਹ ਗੁਰੂ ਨੂੰ ਕੰਸਲਟ ਕਰਕੇ ਔਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ। ਮਹਾਰਾਜ ਨੇ ਐਸਾ ਬਣਾਇਆ ਹੋਇਆ ਹੈ, ਇਹ ਇੰਨੀ ਜ਼ਿਆਦਾ ਮਾਇਆ ਜਿਹੜੀ ਹੈਗੀ ਆ ਇੰਨੀ ਪ੍ਰਬਲ ਬਣਾਈ ਆ ਕਿ ਇਸ 'ਚੋਂ ਜਿਹੜਾ ਹੈਗਾ ਬਗੈਰ ਗੁਰੂ ਦੇ, ਬਗੈਰ ਗਾਈਡ ਦੇ, ਕੰਸਲਟੇਸ਼ਨ ਦੇ, ਬਗੈਰ ਬ੍ਰਹਮ ਗਿਆਨ ਦੇ ਆਪਾਂ ਨਹੀਂ ਨਿਕਲ ਸਕਦੇ। ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ, ਆਪਾਂ ਤਾਂ ਜੰਗਲ ਦੇ ਵਿੱਚ ਹੈਗੇ ਆ। ਇੱਥੇ ਜਿਹੜਾ ਹੈਗਾ ਵਿਚਾਰਾਂ ਦਾ, ਸਾਰੇ ਰਸਾਂ ਕਸਾਂ ਦਾ ਜੰਗਲ ਪਿਆ ਹੋਇਆ, ਔਰ ਆਪਣੇ ਕੋਲ ਟਾਈਮ ਜਿਹੜਾ ਹੈਗਾ ਲਿਮਿਟਿਡ ਹੈਗਾ। ਔਰ ਮਨੁੱਖ ਜੂਨ ਜਿਹੜੀ ਹੈਗੀ ਆ ਇਹ ਬਾਰੀ ਹੈਗੀ ਆਪਣੀ। ਜੇ ਬਾਰੀ ਤੋਂ ਖੁੰਝ ਗਏ ਫਿਰ ਵਾਪਸ ਜਿਹੜਾ ਹੈਗਾ ਆਪਾਂ ਨੂੰ ਕੀ ਪਤਾ ਕਿਹੜੀ ਜੂਨ ਦੇ ਵਿੱਚ ਜਾਂਦੇ ਆ। ਉਹਦੇ ਵਿੱਚ ਆਉਂਦਾ ਹੈ। ਦੇਖੋ ਮਾਇਆ ਦੇ ਮਹਾਰਾਜ ਨੇ ਜਿਹੜਾ ਹੈਗਾ त्रिलोचन जी ਦਾ ਆਉਂਦਾ ਹੈ, ਜਿਹਦੇ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੇ ਜੇ ਮਰੈ, प्रेत जौन वाल वाला उतर है। अंतकाल जो लक्ष्मी सिमरै ऐसी चिंता में जे मरै, सर्प जौन वाल उतर है। अंतकाल जो स्त्री सिमरै ऐसी चिंता में जे मरै, वेसवा जौन वाल वाला उतर है। अंतकाल जो लड़के सिमरै ऐसी चिंता में जे मरै, शुकर जौन वाल वाला उतर है। अंतकाल नारायण सिमरै ऐसी चिंता में जे मरै,
ਬਦਤ ਤਿਲੋਚਨ ਤੇ ਨਰ ਮੁਕਤੇ ਮੁਕਤਾ ਪਿਤੰਬਰ ਵਾਂਕੇ ਹਿਰਦੇ ਵਸੇ। ਇਸ ਤਰ੍ਹਾਂ ਤ੍ਰਿਲੋਚਨ ਜੀ ਦਾ ਸ਼ਬਦ ਆ। ਉਹਦੇ ਵਿੱਚ ਜਿਹੜਾ ਜੋ ਵੀ ਅੰਤਕਾਲ ਦਾ ਮਤਲਬ ਆ, ਤੁਹਾਨੂੰ ਜਿਹੜੀ ਮਨੁੱਖ ਜੂਨ ਮਿਲੀ ਆ, ਉਹਦੀ ਪੂਰੀ ਲਾਈਫ ਜਿਹੜੀ ਹੈਗੀ, ਤੁਸੀਂ ਤੁਹਾਡਾ ਬੈਂਟ ਆਫ ਮਾਈਂਡ ਕੀ ਹੈਗਾ, ਕਿਹੜੀ ਤੁਹਾਡੀ ਤੁਸੀਂ ਕਿਹੜੀ ਚੀਜ਼ ਦੀ ਚਾਹਵਾਨ ਰਹੇ ਹੋ, ਕਿਹੜੀ ਚੀਜ਼ ਦੀ ਤੁਹਾਡੀ ਡਿਮਾਂਡ ਹੈਗੀ ਆ, ਉਸ ਡਿਮਾਂਡ ਨੂੰ ਫਿਰ ਉਹ ਮਾਲਕ ਪਰਮਾਤਮਾ ਉਸ ਜੂਨ 'ਚ ਪਾ ਕੇ ਪੂਰੀ ਕਰਦਾ। ਜੇ ਆਪਣਾ ਜੇ ਹੁਣ ਕਹੋ ਵੀ ਅੰਤਕਾਲ ਜੋ ਇਸਤਰੀ ਸਿਮਰੇ ਇਸਤਰੀ ਜਾਂ ਪੁਰਸ਼ ਜਿਹੜੇ ਹੈਗੇ, ਜੇ ਸੈਕਸ ਦੇ ਉੱਤੇ ਧਿਆਨ ਹੈ ਤੁਹਾਡਾ, ਤੇ ਵੇਸ਼ਵਾ ਦੀ ਜੂਨ ਆਏਗੀ। ਜੇ ਆਪਣਾ ਜਿਹੜਾ ਮੰਦਰ ਦੇ ਉੱਤੇ ਹੈਗਾ, ਪ੍ਰੇਤ ਦੀ ਜੂਨ ਆਏਗੀ। ਜੇ ਲੜਕੇ ਬੱਚਿਆਂ ਦੇ ਉੱਤੇ ਹੈ ਤੇ ਸ਼ੂਕਰ ਦੀ ਜੂਨ ਹੈ, ਕਿਉਂਕਿ ਉਹਦੇ 'ਚ ਬਹੁਤ ਬੱਚੇ, ਕਾਫੀ ਬੱਚੇ ਹੁੰਦੇ ਐਟ ਏ ਟਾਈਮ। ਇਹ ਜਿਹੜੇ ਹੈਗੇ ਆ, ਇਹ ਮਹਾਰਾਜ ਕੋਈ ਤਕਲੀਫ ਨਹੀਂ ਦੇ ਰਿਹਾ, ਕੋਈ ਦੁੱਖ ਨਹੀਂ ਹੈ ਇਹ ਜਿਹੜਾ ਹੈਗਾ, ਇਹ ਸਜ਼ਾ ਨਹੀਂ ਹੈਗੀ, ਇਹ ਜਿਹੜੀ ਹੈਗੀ ਆਪਣੀ ਡਿਮਾਂਡ ਹੈਗੀ। ਉਹ ਕਹਿੰਦੇ ਤੇਰੀ ਇੱਛਾ ਸੀਗੀ, ਤੂੰ ਆਪਣੀ ਇੱਛਾ, ਮੈਂ ਤੇਰੀ ਇੱਛਾ ਪੂਰੀ ਕਰ ਰਿਹਾ। ਇਹ ਅਕਾਲ ਜਿਹੜਾ ਹੈਗਾ ਆਪਣੀ ਇੱਛਾ ਪੂਰੀ ਕਰਦਾ। ਜਿਹਦੀ ਹੁਣ ਜੇ ਇੱਛਾ ਆਪਣੀ, ਜੇ ਗੁਰੂ ਨੂੰ ਮਿਲ ਕੇ ਤੇ ਆਪਣੀ ਇੱਛਾ ਜਿਹੜੀ ਹੈਗੀ ਪਰਮਾਤਮਾ ਵਾਲੀ ਹੋ ਜਾਏ, ਤੇ ਉਸ ਰਸਤੇ ਤੇ ਤੋਰ ਦਿੰਦਾ ਹੈ। ਫਿਰ ਮਨੁੱਖ ਜੂਨ ਆਪਾਂ ਨੂੰ ਜਿਹੜੀ ਹੈਗੀ ਆ, ਉਹ ਦੁਬਾਰਾ ਮਨੁੱਖ ਜੂਨ ਮਿਲ ਜਾਏਗੀ। ਕਿਉਂਕਿ ਇਹਦੇ ਵਿੱਚ ਦੇਖੋ ਇੱਕ ਜਗ੍ਹਾ ਤੇ ਹੈ, ਸੁਖਮਨੀ ਸਾਹਿਬ ਇਸ ਦੀ ਬਾਣੀ ਹੈਗੀ, ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਕਹਿੰਦੇ ਅਵਰ ਕਰਤੂਤ, ਕਹਿੰਦੇ ਜੋ ਪਰਮਾਤਮਾ ਦੀ ਭਗਤੀ ਤੋਂ ਇਲਾਵਾ ਜੋ ਕੁਝ ਵੀ ਤੇਰੀ ਡਿਮਾਂਡ ਹੈਗੀ ਆ, ਉਹ ਜਿਹੜੀ ਹੈਗੀ ਸਗਲੀ ਜਮ ਡਾਨੀ, ਜਮ ਜਿਹੜਾ ਹੈਗਾ ਧਰਮਰਾਜ ਜਿਹੜਾ ਹੈਗਾ, ਉਹਨੇ ਤੈਨੂੰ ਜੂਨਾਂ ਦੇ ਵਿੱਚ ਪਾਉਣਾ ਹੈ। ਔਰ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਕਿ ਤਿਲ ਜਿੰਨਾ ਵੀ ਜੇ ਭਜਨ ਕੀਤਾ ਹੈ ਤਾਂ ਵੀ ਮੰਨ ਜਾਂਦਾ ਹੈ ਅਗਲਾ। ਜੇ ਕਿਸੇ ਨੇ ਜਿਹੜਾ ਹੈਗਾ ਥੋੜਾ ਵੀ, ਮਤਲਬ ਆਪਾਂ ਨੂੰ ਕੁਐਸਚਨ ਜਿਹੜਾ ਹੈਗਾ ਉੱਥੇ ਜ਼ਿਆਦਾ ਆਪਣੀ, ਕਿਉਂਕਿ ਆਪਣਾ ਪਤਾ ਹੈ ਸਾਰਿਆਂ ਨੂੰ, ਆਪਣੇ ਮਾਪਿਓ ਹੈ ਨਹੀਂ ਗੇ, ਦਾਦੇ ਪੜਦਾਦੇ ਹੈ ਨਹੀਂ ਕਿਸੇ, ਆਪਾਂ ਸਾਰੇ ਦੇ ਸਾਰੇ ਚਾਹਣ ਵਾਲੇ ਹੈਗੇ, ਇੱਥੇ ਪਰਮਾਨੈਂਟ ਤਾਂ ਰਹਿਣਾ ਨਹੀਂ ਹੈ। ਫਿਰ ਅੱਗੇ ਕੀ ਹੋਣਾ ਹੈ, ਆਪਣਾ ਆਤਮਾ ਮਰਨ ਵਾਲੀ ਨਹੀਂ ਹੈ, ਤੇ ਸਾਡਾ ਅੱਗੇ ਗਾਹਾਂ ਕੀ ਹੋਣਾ ਹੈ, ਉਸ ਚੀਜ਼ ਦਾ ਜਿਹੜਾ ਹੈਗਾ ਉੱਥੇ ਅੱਗੇ ਜਿਹੜਾ ਹੈਗਾ ਫੈਸਲਾ ਹੋਣਾ ਹੈ। ਉਹਨੇ ਇਹ ਪੁੱਛਣਾ ਹੈ, ਭਾਈ ਦੱਸ, ਜੇ ਆਪਾਂ ਕਹਾਂਗੇ ਮੇਰੀ ਗਲਤੀ ਹੋ ਗਈ ਜੀ, ਮੈਨੂੰ ਮਨੁੱਖ ਜੂਨ ਦੇ ਦਿਓ, ਉਹਨਾਂ ਦਾ ਕੁਐਸਚਨ ਇਹ ਹੈ, ਭਾਈ ਤੂੰ ਪਹਿਲਾਂ ਦਿੱਤੀ ਸੀ, ਉਹਦਾ ਕੀ ਕਰਕੇ ਆਇਆ, ਮੈਨੂੰ ਉਹਦੀ ਜਸਟੀਫਿਕੇਸ਼ਨ ਦੇ। ਉਹ ਜਸਟੀਫਿਕੇਸ਼ਨ ਦੇ ਵਿੱਚ ਆਪਾਂ ਫੇਲ ਹੋ ਜਾਵਾਂਗੇ। ਜੇ ਉੱਥੇ ਥੋੜੀ ਵੀ ਭਗਤੀ ਕੀਤੀ ਹੈ, ਅਗਲਾ ਜਿਹੜਾ ਹੈਗਾ ਉਸ 'ਤੇ ਜਿਹੜਾ ਹੈਗਾ ਥੋੜੀ ਭਗਤੀ ਹੈਗੀ, ਤੇ ਮਨੁੱਖ ਜੂਨ ਦੁਬਾਰਾ ਮਿਲ ਸਕਦੀ। ਸੋ ਤੁਹਾਡਾ ਕਹਿਣ ਦਾ ਮਤਲਬ ਹੈ, ਗੁਰਬਾਣੀ ਸਾਨੂੰ ਵਾਰ-ਵਾਰ ਕਹਿ ਰਹੀ ਹੈ, ਯੈਸ ਇਹ ਦੁਨੀਆ ਬਣਾਈ ਹੈ, ਇਸ ਦੁਨੀਆ ਦੇ ਵਿੱਚ ਸਭ ਕੁਝ ਹੈ, ਸੁੱਖ ਦੁੱਖ ਹੈ, ਔਰ ਇਹ 'ਚ ਤੁਹਾਨੂੰ ਬਹੁਤ ਕ੍ਰੇਵਿੰਗ ਵੀ ਹੋਏਗੀ ਔਰ ਅਵਰਸ਼ਨ ਵੀ ਹੋਏਗੀ। ਤੁਸੀਂ ਇਸ ਕਿਸੇ ਸਟੇਜ 'ਤੇ ਤੁਸੀਂ ਨਾਲ ਗਾਈਡ ਵੀ ਕੀਤਾ ਕਿ ਤੁਸੀਂ ਇਸ ਸਟੇਜ 'ਤੇ ਪਹੁੰਚ ਜਾਓ ਕਿ ਉਹ ਤੁਹਾਡਾ ਜਿਹੜਾ ਹੈਗਾ, ਤੁਸੀਂ ਸੌਰੀ ਮੈਂ ਕਾਲ ਆ ਗਈ ਸੀ ਤਾਂ ਡਾਇਵਰਟ ਹੋ ਗਿਆ, ਕਿ ਤੁਸੀਂ ਪਰਮਾਤਮਾ ਦਾ ਨਾਮ ਯਾਦ ਰੱਖੋ। ਤੁਸੀਂ ਜਿੰਨਾ ਵੀ ਉਹ ਯਾਦ ਕਰੋਗੇ, ਜਿੰਨਾ ਵੀ ਉਹ 'ਤੇ ਮੈਡੀਟੇਸ਼ਨ ਕਰੋਗੇ, ਜਿੰਨਾ ਵੀ ਉਹਦੇ ਨਾਲ ਕੀ ਹੈ ਕਿ ਜੇ ਤੁਸੀਂ ਨਿਊਟਰਲ ਹੋ ਜਾਓਗੇ, ਤੁਹਾਡੀ ਕੋਈ ਇੱਛਾ ਇਸ ਦੁਨੀਆ ਤੋਂ ਇਸ ਤਰ੍ਹਾਂ ਜਾਓ ਕਿ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲੈ ਕੇ ਜਾਓ, ਤੋ ਲਾਸਟ ਟਾਈਮ 'ਤੇ ਜਦੋਂ ਡੈਥ ਹੁੰਦੀ ਹੈ, ਕਈ ਲੋਕਾਂ ਨੂੰ ਜਿਨ੍ਹਾਂ ਨੂੰ ਐਨਲਾਈਟਨਮੈਂਟ ਵੀ ਹੋਈ ਹੈ, ਉਹ ਕਹਿੰਦੇ ਨੇ ਉਸ ਵੇਲੇ ਜੋ ਤੁਹਾਡੇ ਮਨ 'ਚ ਵਿਚਾਰ ਹੁੰਦਾ, ਜੇ ਤਾਂ ਹਾਲੇ ਵੀ ਤੁਸੀਂ ਕਹੋ ਉਹ ਮੈਨੂੰ ਜੇ ਇੱਕ ਵੱਡਾ ਘਰ ਲੈਂਦੇ ਤਾਂ ਉਹਨੇ ਤੁਹਾਨੂੰ ਫਿਰ ਦੁਬਾਰਾ ਇਸ ਜੂਨ 'ਤੇ ਪਾ ਦੇਣਾ, ਠੀਕ ਹੈ ਵੀ ਤੂੰ ਹੁਣ ਵੱਡਾ ਘਰ ਲੈ ਲਾ, ਜਾਂ ਕੁਛ ਹੋਰ ਰਹਿ ਗਿਆ। ਜੇ ਉਹਦਾ ਨਾ ਪਰਮਾਤਮਾ ਮੈਂ ਬਹੁਤ ਖੁਸ਼ ਹਾਂ ਤਾਂ ਮੈਂ ਤਾਂ ਹੁਣ ਤੇਰੇ ਚਰਨ ਚਾਹੁੰਦਾ, ਤਾਂ ਉਹਦਾ ਜਿਹੜਾ ਜਨਮ ਜਨਮਾਂਤਰ ਤੋਂ ਜਿਹੜਾ ਮਰਨਾ ਜਨਮਾ ਉਹ ਖਤਮ ਹੋ ਜਾਏਗਾ। ਉਹੀ ਚੀਜ਼ ਦਾ ਸੁਖਮਨੀ ਸਾਹਿਬ 'ਚ ਵੀ ਸਾਨੂੰ ਪੰਜਵੇਂ ਗੁਰੂ ਸਾਹਿਬ ਨੇ ਇਹੀ ਕਿਹਾ ਕਿ ਤੁਸੀਂ ਇਹਦੇ ਜਿਹੜੀ ਮੈਡੀਟੇਸ਼ਨ ਹੈ ਜਾਂ ਉਹਦੀ ਰੱਬ ਦੀ ਭਗਤੀ ਹੈ, ਉਹਦੇ ਕੀ ਫਾਇਦੇ ਹੁੰਦੇ ਪਹਿਲੀ ਪੌੜੀ। ਤੇ ਹੁਣ ਅੱਗੇ ਆਪਾਂ ਗੁਰਦੇਵ ਦਾਤਾ ਹਰ ਨਾਮ ਉਪਦੇਸਾ, ਗੁਰਦੇਵ ਮੰਤ ਨਿਰੋਧਰਾ। ਕਹਿੰਦੇ ਗੁਰਦੇਵ ਦਾਤਾ ਆ, ਇਹਨੇ ਨਾਮ ਦਾ ਉਪਦੇਸ਼ ਕਰਨਾ ਹੈ ਕਿ ਵੀ ਕਿਵੇਂ ਆਪਾਂ ਇਸ ਖੇਡ ਤੋਂ, ਇਸ ਜਾਲ ਤੋਂ ਜੋ ਮਾਲਕ ਨੇ ਗੇਮ ਪਾਈ ਹੋਈ ਆ, ਇਸ ਚੋਂ ਬਾਹਰ ਨਿਕਲ ਸਕਦੇ ਹਾਂ। ਔਰ ਗੁਰਦੇਵ ਜਿਹੜਾ ਹੈਗਾ, ਇਹਦਾ ਮੰਤ ਜਿਹੜਾ ਹੈਗਾ, ਜੋ ਗੁਰਦੇਵ ਕਹਿ ਰਿਹਾ ਹੈ, ਐਕਸ਼ਨ ਜਿਹੜੀ ਹੈਗੀ ਆ, ਉਹ ਨਿਰੋਧਰ ਹੈਗੀ ਆ, ਉਹਨੂੰ ਕੋਈ ਰੁਕਾਵਟ ਨਹੀਂ ਹੈਗੀ ਆਪਣੀ ਜਰਨੀ ਮਾਲਕ ਪਰਮਾਤਮਾ ਤੱਕ ਪਹੁੰਚਾਉਣ ਦੇ ਵਿੱਚ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ। ਗੁਰਦੇਵ ਸ਼ਾਂਤੀ ਔਰ ਸਤ ਜਿਹੜਾ ਹੈਗਾ
ਜਿਹੜੇ ਗੁਰਦੇਵ ਜਿਹੜਾ ਹੈਗਾ ਉਹਦੇ ਵਿੱਚ ਗੁਣ ਹੈਗੇ ਆ ਸਾਰੇ ਦੇ ਸਾਰੇ, ਸੱਚ ਦੇ ਉੱਤੇ ਸੱਤ ਕਰੈਕਟਰ ਜਿਹੜਾ ਹੈਗਾ ਉਹ ਗੁਰਦੇਵ ਸ਼ਾਂਤ ਸਤ ਬੁੱਧ, ਉਹਦੀ ਬੁੱਧੀ ਜਿਹੜੀ ਹੈਗੀ ਆ ਸੱਚ ਦੇ ਉੱਤੇ ਹਮੇਸ਼ਾ ਪਰਮਾਤਮਾ ਨੂੰ ਪਾਉਣ ਵਾਲੀ ਬੁੱਧੀ ਹੈ ਗੁਰਦੇਵ ਦੀ। ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਨੇ ਪਾਰਸ ਜਿਹੜਾ ਹੈਗਾ ਆਪਾਂ ਨੂੰ, ਜਿਸ ਤਰ੍ਹਾਂ ਪਾਰਸ ਪੱਥਰ ਹੁੰਦਾ ਆਪਾਂ ਉਹਨੂੰ ਲੋਹੇ ਨੂੰ ਜਿਹੜਾ ਹੈਗਾ ਸੋਨਾ ਕਰ ਦਿੰਦਾ ਹੈ, ਉਸ ਤਰ੍ਹਾਂ ਗੁਰਦੇਵ ਨੇ ਜਿਹੜਾ ਹੈਗਾ ਕਿਹੋ ਜਿਹਾ ਮਰਜ਼ੀ ਜਿਹੜਾ ਹੈਗਾ ਪਾਪੀ ਤੋਂ ਪਾਪੀ ਬੰਦਾ ਹੋਏ, ਕਿੰਨੇ ਮਰਜ਼ੀ ਅਵਗੁਣ ਕੀਤੇ ਹੋਣ, ਜੇ ਉਹ ਇਸ ਰਸਤੇ ਤੇ ਆ ਜਾਂਦਾ ਹੈ ਉਹਨੂੰ ਜਿਹੜਾ ਹੈਗਾ ਉਹ ਇਮਟੀਰੀਅਲ ਹੈਗਾ, ਉਹਨੂੰ ਇਸ ਮਤਲਬ ਜਿਹੜਾ ਹੈਗਾ ਇਸ ਸੰਸਾਰ ਤੋਂ ਕੱਢਣ ਦਾ ਰਸਤਾ ਮਿਲ ਜਾਂਦਾ ਹੈ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ, ਗੁਰਦੇਵ ਜਿਹੜਾ ਹੈਗਾ ਇਹ ਤੀਰਥ ਹੈਗਾ। ਸਭ ਤੋਂ ਤੀਰਥ ਕਰ ਲਈ ਜਾਂਦੇ ਆਪਾਂ ਪਵਿੱਤਰ ਹੋਣ ਵਾਸਤੇ ਜਾਂਦੇ। ਕਹਿੰਦੇ ਗੁਰਦੇਵ ਜਿਹੜਾ ਹੈਗਾ, ਗੁਰੂ ਜਿਹੜਾ ਹੈਗਾ ਤੇਰਾ ਸਭ ਤੋਂ ਵੱਡਾ ਤੀਰਥ ਹੈਗਾ। ਸਾਰੇ ਤੀਰਥ ਜਿਹੜੇ ਹੈਗੇ ਇਸ ਗੁਰੂ ਦੇ ਵਿੱਚ ਸਾਰੇ ਤੀਰਥ ਆ ਜਾਂਦੇ, ਜਿਹੜਾ ਗੁਰੂ ਦੇ ਅਨੁਸਾਰ ਚੱਲਦਾ ਹੈ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਅੰਮ੍ਰਿਤ ਦਾ ਸਰੋਵਰ ਹੈਗਾ। ਅੰਮ੍ਰਿਤ ਜਿਹੜਾ ਹੈਗਾ ਇਹਦੇ ਨਾਲ ਗੁਰਦੇਵ ਦੇ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਕਾਰਵਾਈ ਕਰਨ ਦੇ ਨਾਲ ਅੰਮ੍ਰਿਤ ਮਿਲ ਜਾਂਦਾ ਹੈ, ਅਮਰ ਹੋ ਜਾਂਦਾ ਹੈ ਇਨਸਾਨ। ਔਰ ਕਿਹਨੂੰ? ਜਿਹੜਾ ਗੁਰ ਗਿਆਨ ਮਜਨ ਅਪਰੰਪਰਾ, ਜਿਹੜਾ ਉਸ ਗੁਰੂ ਦੇ ਗਿਆਨ ਦੇ ਵਿੱਚ ਮਜਨ ਕਰਦਾ ਹੈ ਉਹਨੂੰ ਜਿਹੜਾ ਹੈਗਾ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਜਿਹੜਾ ਹੈਗਾ ਉਹ ਪਰਮਾਤਮਾ ਦਾ ਕਰਤਾ, ਜਿਹੜਾ ਜੋ ਪਰਮਾਤਮਾ ਹੈ ਉਹਦਾ ਰੂਪ ਹੈਗਾ। ਸਾਰੇ ਪਾਪ ਜਿਹੜਾ ਹੈਗਾ ਹਰਨ ਕਰਨ ਵਾਲਾ ਗੁਰਦੇਵ ਹੈਗਾ। ਪਤਿਤ ਤੋਂ ਪਤਿਤ ਨੂੰ ਪਵਿੱਤਰ ਕਰਨ ਵਾਲਾ ਗੁਰਦੇਵ ਹੈਗਾ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾਂ, ਕਹਿੰਦੇ ਗੁਰਦੇਵ ਜਿਹੜਾ ਹੈਗਾ ਆਦ ਜੁਗਾਂ ਦੇ ਆਦ ਤੋਂ ਜ਼ਿਆਦਾ ਪਰਮਾਤਮਾ ਨੇ ਜਿਹੜਾ ਹੈਗਾ ਇਹ ਜੁਗ ਬਣਾਏ ਆ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵੱਲੋਂ ਗੁਰਦੇਵ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਜਦ ਤੋਂ ਸ੍ਰਿਸ਼ਟੀ ਰਹੂਗੀ ਜਦ ਤੱਕ ਉਦੋਂ ਤੱਕ ਗੁਰਦੇਵ ਹੈਗੇ। ਗੁਰਦੇਵ ਜਿਹੜਾ ਹੈਗਾ ਇਹਨੇ ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾਂ, ਗੁਰਦੇਵ ਦਾ ਮੰਤਰ ਜਪ ਕੇ ਜਿਹੜਾ ਹੈਗਾ ਆਪਾਂ ਉਧਰਦੇ ਰਵਾਂਗੇ। ਜਿਹੜੇ ਅਭਿਆਸੀ ਹੈਗੇ ਜਾਂ ਜੀਵ ਹੈਗੇ ਜਿਹੜੇ ਮਨੁੱਖ ਸਰੀਰ ਦੇ ਵਿੱਚ ਜਿਹੜੇ ਚਾਹੁੰਦੇ ਆ ਮਾਲਕ ਪਰਮਾਤਮਾ ਨੂੰ ਮਿਲਣਾ, ਉਹ ਗੁਰਦੇਵ ਦੇ ਐਕਸ਼ਨ ਗੁਰਦੇਵ ਜੋ ਕਹਿ ਰਹੇ ਆ ਉਸ ਨੂੰ ਕਰਨ ਦੇ ਨਾਲ ਜਿਹੜੇ ਹੈਗੇ ਉਹ ਸੰਸਾਰ ਸਮੁੰਦਰ ਤੋਂ ਉੱਪਰ ਹੋ ਜਾਂਦੇ, ਉੱਧਰ ਸਕਦੇ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾਂ। ਹੁਣ ਇਹ ਦੇਖ ਲਓ, ਇਹਦੇ ਵਿੱਚ ਗੁਰਦੇਵ ਅਲੱਗ ਹੋ ਗਏ, ਪਰਮਾਤਮਾ ਅਲੱਗ ਹੋ ਗਏ। ਹੁਣ ਗੁਰਦੇਵ ਸੰਗਤ ਪ੍ਰਭ ਮੇਲ, ਪਰਮਾਤਮਾ ਨੂੰ ਜਿਹੜੇ ਹੈਗੇ ਆ ਉਹਨੂੰ ਜਿਹੜਾ ਹੈਗਾ ਅਭਿਆਸੀ ਕੀ ਕਹਿ ਰਹੇ ਆ, ਮਹਾਰਾਜ ਕੀ ਕਹਿ ਰਹੇ ਆ? ਕਹਿੰਦੇ ਮੈਨੂੰ ਗੁਰਦੇਵ ਦੀ ਸੰਗਤ ਦੇ। ਕਿਹਨੇ ਦੇਣੀ ਹੈ? ਪਰਮਾਤਮਾ ਨੇ ਦੇਣੀ ਹੈ। ਆਪਣੇ ਅੰਦਰ ਡਿਮਾਂਡ ਉੱਠਣੀ ਹੈ, ਆਪਾਂ ਨੇ ਡਿਮਾਂਡ ਕਰਨਾ ਹੈ। ਅਭਿਆਸੀ ਨੇ ਸ਼ਿਫਟ ਹੋਣ ਦਾ, ਮਾਲਕ ਦੇ ਅੱਗੇ ਫਰਿਆਦ ਕਰਨੀ ਹੈ। ਉਹਦੇ ਅੰਦਰ ਟਰੂ ਇੱਛਾ ਜਾਗਣੀ ਹੈ ਵੀ ਮੈਂ ਇਸ ਰਸਤੇ ਤੋਂ, ਇਹ ਮਾਇਆ ਦੀਆਂ ਖੇਡਾਂ ਤੋਂ ਮੈਂ ਜਿਹੜਾ ਹੈਗਾ ਉਹ ਨਿਕਲਣਾ ਚਾਹੁੰਦਾ ਹੈ।